Hello students, this is Geeta Agarwal. Let us read the second page of your 13th chapter of SST, our environment. Yes, both the natural and human-made environment interacts with each other, bringing about changes in the living conditions of man. ਕੀ ਕਹਿ ਰਹੇ ਨੇ ਇੱਥੇ ਕਿ ਜਿਹੜੀਆਂ ਪ੍ਰਕਿਰਤਿਕ ਤੇ ਇਨਸਾਨ ਇਹ ਦੋਨੋਂ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਪਰ ਪ੍ਰਭਾਵ ਪਾਉਂਦੇ ਨੇ। ਪ੍ਰਕਿਰਤੀ ਇਨਸਾਨ ਤੇ ਪ੍ਰਭਾਵ ਪਾਉਂਦੀ ਹੈ, ਇਨਸਾਨ ਪ੍ਰਕਿਰਤੀ ਤੇ ਪ੍ਰਭਾਵ ਪਾਉਂਦਾ ਹੈ ਤੇ ਇੱਕ ਦੂਜੇ ਦੇ ਤੇ ਪ੍ਰਭਾਵ ਪਾਉਣ ਤੋਂ ਬਾਅਦ ਜਿਹੜੀ ਕਿਸ ਦੇ ਉੱਪਰ ਚੇਂਜਿਸ ਕਿਹਦੇ 'ਚ ਆਉਂਦੀਆਂ ਨੇ, ਇਨਸਾਨ ਦੀ ਲਿਵਿੰਗ ਕੰਡੀਸ਼ਨਸ ਦੇ ਵਿੱਚ ਚੇਂਜ ਆਉਂਦੀ ਹੈ ਇਹਦੇ ਨਾਲ। Humans also influence the environment in many ways, either directly or indirectly through their activities. ਕੀ ਕਹਿੰਦੇ ਕਿ ਇਨਸਾਨ ਵੀ ਇਨਫਲੂਐਂਸ ਕਰਦਾ ਹੈ, ਪ੍ਰਭਾਵ ਪਾਉਂਦਾ ਹੈ এনवायरमेंट ਦੇ ਉੱਪਰ in many ways, ਕਈ ਤਰ੍ਹਾਂ ਪ੍ਰਭਾਵ ਪਾਉਂਦਾ ਹੈ, either directly or indirectly, directly ਜਾਂ indirectly ਉਹ ਪ੍ਰਭਾਵ ਪਾਉਂਦਾ ਹੈ। डायरैक्टली ਜਾਂ इनडायरैक्टली तो की मतलब है, डायरैक्टली ਦੇ ਵਿੱਚ ਮੰਨ ਲਓ ਤੁਸੀਂ ਇਨਸਾਨ ਪੇੜ ਕੱਟਦਾ ਹੈ ਨਾ, ਤਾਂ ਉਹ ਨੇਚਰ ਦੇ ਉੱਪਰ डायरैक्टली ਪ੍ਰਭਾਵ ਪਾ ਰਿਹਾ ਹੈ। ਠੀਕ ਹੈ, पेड़ कट के बिल्डिंग्स खड़ियां कर लिया, डायरैक्टली प्रभाव पड़ रहा है। इनडायरैक्टली किवें, जिवें फ्रिज चलाने AC चलाने ਜਾਂ ਫਿਰ ਆਪਾਂ परफ्यूम लगाने डीओ लगाने ਉਹਦੇ ਨਾਲ ਆਪਾਂ ਕੀ ਕਰ ਰਹੇ ਹਾਂ, ਆਪਾਂ ਡਾਇਰੈਕਟਲੀ ਕੋਈ ਪ੍ਰਕਿਰਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ, ਬਟ ਜਿਹੜੀਆਂ ਚੀਜ਼ਾਂ ਆਪਾਂ ਇਹੋ ਜਿਹੀਆਂ ਵਰਤ ਰਹੇ ਹਾਂ ਉਹਨਾਂ 'ਚੋਂ ਇਹੋ ਜਿਹੀਆਂ ਗੈਸਿਸ ਨਿਕਲ ਰਹੀਆਂ ਨੇ ਜਿਹਦੇ ਨਾਲ ਕਿ ਪ੍ਰਕਿਰਤੀ ਦੇ ਉੱਪਰ ਪ੍ਰਭਾਵ ਪੈ ਰਿਹਾ ਤੇ ਆਪਣੀ ਜਿਹੜੀ ਓਜ਼ੋਨ ਲੇਅਰ ਹੈ ਉਹ ਡੈਮੇਜ ਹੋ ਰਹੀ ਹੈ, ਜਿਹਦੇ ਨਾਲ ਕਿ ਅਲਟਰਾਵਾਇਲਟ ਰੇਜ਼ ਨੇ ਜਿਹੜੀਆਂ ਉਹ ਆਪਣੇ এনवायरमेंट ਦੇ ਵਿੱਚ ਐਂਟਰ ਹੋਣਗੀਆਂ ਤੇ ਜਿਹਦੇ ਨਾਲ ਫਰਕ ਕਿਹਨੂੰ ਪਊਗਾ, ਮਤਲਬ ਐਟ ਦਾ ਐਂਡ ਫਰਕ ਕਿਹਨੂੰ ਪੈਣਾ ਹੈ, ਕਿਹਦੀਆਂ ਲਿਵਿੰਗ ਕੰਡੀਸ਼ਨਸ ਦੇ ਵਿੱਚ ਫਰਕ ਪੈਣਾ, ਇਨਸਾਨ ਦੀਆਂ, ਹੈ ਨਾ। ਇਨਸਾਨ ਦੀ ਸਕਿਨ ਦੇ ਡਿਜ਼ੀਜ਼ਸ ਹੋਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਆਪਾਂ ਇਨਸਾਨ ਹੈ ਜੋ ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਹ ਆਪਣੀਆਂ ਐਕਟੀਵਿਟੀਜ਼ ਦੇ ਰਾਹੀਂ ਪ੍ਰਭਾਵ ਪਾ ਰਿਹਾ ਹੈ এনवायरमेंट ਦੇ ਉੱਪਰ। However, a proper balance or equilibrium should be maintained between the different components of the environment for the formation of favorable conditions for the existence of man and other living beings of planet Earth. ਕਹਿੰਦੇ ਕਿ ਇੱਕ ਅੱਛੇ ਬੈਲੈਂਸ ਦੇ ਲਈ ਇਕੁਇਲਿਬ੍ਰੀਅਮ ਵਿੱਚੋਂ ਵਰਡ ਆਇਆ, ਇਹਦੇ 'ਚ ਇਕੁਇਲਿਬ੍ਰੀਅਮ ਦਾ ਮਤਲਬ ਹੁੰਦਾ ਬੈਲੈਂਸ, ਇਹਦਾ ਮੀਨਿੰਗ ਬੈਲੈਂਸ ਹੈ। ਨੀਚੇ ਵੀ ਇਹਦੇ ਵਿੱਚ ਲਿਖਿਆ ਹੋਇਆ ਇਕੁਇਲਿਬ੍ਰੀਅਮ ਮੀਨਸ ਬੈਲੈਂਸ। ਤਾਂ ਹਾਊਐਵਰ ਅ ਪ੍ਰੋਪਰ ਬੈਲੈਂਸ ਔਰ ਇਕੁਇਲਿਬ੍ਰੀਅਮ ਸ਼ੁੱਡ ਬੀ ਮੇਨਟੇਨਡ ਬਿਟਵੀਨ ਦ ਡਿਫਰੈਂਟ ਕੰਪੋਨੈਂਟਸ ਆਫ এনवायरमेंट ਦੇ ਜਿਹੜੇ ਡਿਫਰੈਂਟ ਕੰਪੋਨੈਂਟਸ ਨੇ ਇਹਨਾਂ ਦੇ ਵਿੱਚ ਇੱਕ ਬੈਲੈਂਸ ਹਮੇਸ਼ਾ ਮੇਨਟੇਨ ਰਹਿਣਾ ਚਾਹੀਦਾ ਹੈ ਜੇ ਆਪਾਂ ਅੱਛਾ এনवायरमेंट ਅਰਥ ਦੇ ਉੱਪਰ, ਧਰਤੀ ਦੇ ਉੱਪਰ ਬਣਾ ਕੇ ਰੱਖਣਾ ਹੈ। ਜੇ ਆਪਾਂ ਚਾਹੁੰਦੇ ਹਾਂ ਵੀ ਇਨਸਾਨ ਦੇ ਰਹਿਣ ਯੋਗ ਇਹ ਵਾਤਾਵਰਨ ਬਣਿਆ ਰਹੇ ਤਾਂ ਆਪਾਂ ਨੂੰ ਕੀ ਚਾਹੀਦਾ ਹੈ ਕਿ ਧਰਤੀ ਦੇ ਉੱਪਰ ਜਿਹੜੇ 3 ਕੰਪੋਨੈਂਟਸ ਨੇ ਇਹਨਾਂ ਦੇ ਵਿੱਚ ਇੱਕ ਤਾਲਮੇਲ ਹਮੇਸ਼ਾ ਬਣਿਆ ਰਹੇ, ਇਹ ਬੈਲੈਂਸ ਖਰਾਬ ਨਹੀਂ ਹੋਣਾ ਚਾਹੀਦਾ। ਹੁਣ ਆਪਾਂ ਇੱਕ ਇੱਕ ਕਰਕੇ ਇਹਨੂੰ ਹੋਰ ਵਿਸਤਾਰ ਦੇ ਵਿੱਚ ਸਮਝਾਂਗੇ। ਨੈਚੁਰਲ এনवायरमेंट ਕੀ ਹੈ? Our natural environment comprises of land, water, air, plants and animals. They include both biotic and abiotic resources. ਕੀ ਕਹਿੰਦੇ our natural environment comprises, ਹੁਣ ਆਪਣੇ natural environment 'ਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਨੈਚੁਰਲ এনवायरमेंट 'ਚ ਪ੍ਰਕਿਰਤਿਕ ਵਾਤਾਵਰਨ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ ਨੇ ਜੋ ਆਪਣੇ ਆਪ ਪ੍ਰਕਿਰਤਿਕ ਰੂਪ ਦੇ ਵਿੱਚ ਬਣਦੀਆਂ ਨੇ, ਜਿਹਨੂੰ ਇਨਸਾਨ ਨਹੀਂ ਬਣਾਉਂਦਾ, ਜਿਵੇਂ ਕਿ ਮਿੱਟੀ, ਜਿਵੇਂ ਕਿ ਪਾਣੀ, ਜਿਵੇਂ ਕਿ ਪਹਾੜ, ਇਹਨਾਂ ਨੂੰ ਇਨਸਾਨ ਨਹੀਂ ਬਣਾਉਂਦਾ। ਜਿਵੇਂ ਕਿ ਪਲਾਂਟਸ, ਤੁਸੀਂ ਕਹੋਗੇ ਪਲਾਂਟਸ ਤਾਂ ਅਸੀਂ ਉਗਾਉਂਦੇ ਹਾਂ, ਬੇਟੇ ਪਲਾਂਟਸ ਤੁਸੀਂ ਕਈ ਵਾਰ ਦੇਖਿਆ ਹੋਊਗਾ ਤੁਸੀਂ ਉਗਾਤੇ ਲੇਕਿਨ ਉਹ ਉੱਗੇ ਨਹੀਂ, ਉਹ ਮਰ ਗਏ। ਤਾਂ ਇਹਦਾ ਮਤਲਬ ਉਹਨਾਂ ਨੂੰ ਇੱਕ ਐਸੀ ਪਾਵਰ ਹੈ ਜਿਹੜੀ ਕਿ ਉਹਨਾਂ ਨੂੰ ਉਗਾਉਂਦੀ ਹੈ। ਠੀਕ ਹੈ, ਆਪਾਂ ਬੀਜ ਬੀਜਦੇ ਆ ਪਰ ਉਹਨਾਂ ਨੂੰ ਉਗਾਉਣ ਦਾ ਕੰਮ ਪਰਮਾਤਮਾ ਦਾ ਕਹਿ ਲਓ ਜਾਂ ਫਿਰ ਪ੍ਰਕਿਰਤੀ ਦਾ ਹੀ ਕੰਮ ਹੁੰਦਾ ਉਹਨਾਂ ਨੂੰ ਉਗਾਉਣ ਦਾ। ਇਸ ਲਈ ਇਹਨਾਂ ਨੂੰ ਵੀ ਆਪਾਂ ਪ੍ਰਕਿਰਤਿਕ ਚੀਜ਼ਾਂ ਦੇ ਵਿੱਚ ਹੀ ਲੈਂਦੇ ਆ। ਤਾਂ ਇਹ ਸਾਰੇ प्राकृतिक एनवायरमेंट दे विच आंदे ने।
ਇਹਨਾਂ ਦੇ ਵਿੱਚ ਬਾਇਓਟਿਕ ਤੇ ਐਬਿਓਟਿਕ मतलब कि ਬਾਇਓਟਿਕ ਕੀ ਹੋ ਗਏ ਜਿਹੜੇ ਜੀਵਿਤ ਚੀਜ਼ਾਂ ਨੇ ਜਿਵੇਂ ਕਿ ਐਨੀਮਲਸ ਹੋ ਗਏ ਪਲਾਂਟਸ ਹੋ ਗਏ। ਐਬਿਓਟਿਕ ਸੋਰਸਿਸ ਕਿਹੜੇ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਪਾਣੀ ਹੋ ਗਏ ਪਹਾੜ ਹੋ ਗਏ ठीक है ये सारे की ने एबियोटिक ने मिट्टी होगी। अगे बायोटिक फैक्टर्स आर ऑल द लिविंग थिंग्स इन एन ecosystem such as plants and animals। बायोटिक फैक्टर्स आर ऑल द लिविंग थिंग्स। बायोटिक फैक्टर्स दे विच की है जिन्नियां भी लिविंग थिंग्स ने जीवित चीज़ां ने जिवें कि तुहानूं हुणे दस्सिया ह्यूमन बीइंग्स आ जाणगे विच इहदे एनीमल्स आ जाणगे प्लांट्स आ जाणगे सारे बायोटिक फैक्टर्स दे विच आणगे such as plants and animals। These living things interact with one another। ਹੁਣ ਜਿਹੜੇ ਪਲਾਂਟਸ ਨੇ ਤੇ ਐਨੀਮਲਸ ਨੇ ਇਹ ਵੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਪ੍ਰਭਾਵ ਪਾਉਂਦੇ ਨੇ ਇਨ ਮੈਨੀ ਵੇਜ਼। ਬਾਇਓਟਿਕ ਫੈਕਟਰਸ ਐਂਡ देयर ਇੰਟਰੈਕਸ਼ਨਸ ਆਰ ਬ੍ਰੋਕਨ ਇਨਟੂ 3 ਫੈਕਟਰਸ। ਹੁਣ ਜਿਹੜੇ ਬਾਇਓਟਿਕ ਫੈਕਟਰਸ ਤੇ ਇਹਨਾਂ ਦੇ ਵਿੱਚ ਜਿਹੜੀਆਂ ਆਪਸ ਦੇ ਵਿੱਚ ਪ੍ਰਭਾਵ ਪਾਉਂਦੇ ਨੇ ਇਹਨਾਂ ਨੂੰ ਤਿੰਨ ਅੱਗੇ ਆਪਾਂ ਫੈਕਟਰਸ ਦੇ ਵਿੱਚ ਵੰਡ ਸਕਦੇ ਆ। एक हो गए प्रोड्यूसर्स ਜਿਹੜੇ पैदा करते हैं किसी चीज़ ਨੂੰ, कंज्यूमर्स ਜਿਹੜੇ एक चीज़ ਨੂੰ खपत करते हैं ਉਹਨੂੰ ਵਰਤਦੇ ਨੇ ਤੇ ਡੀਕੰਪੋਜ਼ਰਸ ਬੱਚਿਓ ਕੀ ਹੁੰਦੇ ਨੇ मान लो कि ਆਪਾਂ ਕਣਕ ਉਗਾਈ ठीक है ਤਾਂ ਕਣਕ ਨੂੰ ਉਗਾਉਣ ਵਾਲਾ ਕੌਣ ਹੈ ਆਪਾਂ ਇਨਸਾਨ ਕਣਕ ਨੂੰ ਉਗਾਉਂਦੇ ਆਪਾਂ ठीक है ਉਸ ਤੋਂ ਬਾਅਦ कंज्यूमर कौन है कंज्यूमर भी इंसान है। ਹੁਣ ਡੀਕੰਪੋਜ਼ਰ ਕੀ ਹੈ ਡੀਕੰਪੋਜ਼ਰ मतलब ਜਿਹੜੀ ਚੀਜ਼ ਬਚ ਗਈ ਆਪਾਂ ਕਣਕ ਖਾ ਲਈ ਕਣਕ ਖਾਣ ਤੋਂ ਬਾਅਦ ਜਿਹੜੀ ਪਿੱਛੇ ਚੀਜ਼ ਬਚ ਗਈ मतलब ਕਣਕ ਦੀਆਂ ਬੱਲੀਆਂ ਹੋ ਗਈਆਂ ਉਹ ਬਚ ਗਈਆਂ ਤਾਂ ਉਹਨਾਂ ਨੂੰ ਜਿਹੜੇ ਜਾਨਵਰ ਖਾਣਗੇ ਜਾਂ ਜਿਹੜੇ ਕੋਈ ਕੀੜੇ ਮਕੌੜੇ ਉਹਨੂੰ ਖਾ ਜਾਂਦੇ ਨੇ। ਇਸੇ ਤਰ੍ਹਾਂ ਮੰਨ ਲਓ ਕੋਈ ਇਨਸਾਨ ਹੈ ਉਹ ਮਰ ਗਿਆ ਹੈ ਨਾ ਤਾਂ ਆਪਾਂ ਤਾਂ ਚਲੋ ਜਲਾਨੇ ਆ ਅਦਰਵਾਈਜ਼ ਕੋਈ ਹੋਰ ਜਾਨਵਰ ਲਾ ਲਓ ਕੋਈ ਜਾਨਵਰ ਮਰ ਗਿਆ ਹੈ ਨਾ ਤਾਂ ਉਹ ਕਿਸੇ ਜਗ੍ਹਾ ਤੇ ਪਿਆ ਤਾਂ ਹੁਣ ਉਹਨੂੰ ਕੀੜੀਆਂ ਖਾ ਗਈਆਂ ਹੈ ਨਾ ਸਮੇਂ ਦੇ ਨਾਲ ਕੀੜੀਆਂ ਖਾ ਗਈਆਂ ਕੋਈ ਕਾਂ ਖਾ ਗਈ ਕੋਈ ਇੱਲ ਖਾ ਗਈ ਤਾਂ ਉਹਨਾਂ ਨੂੰ ਆਪਾਂ ਡੀਕੰਪੋਜ਼ਰਸ ਕਵਾਂਗੇ ਜਿਹੜੇ ਕਿ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਹੌਲੀ ਹੌਲੀ ਕਰਕੇ ਖਤਮ ਕਰ ਦਿੰਦੇ ਨੇ ਤਾਂ ਕਿ ਧਰਤੀ ਦੇ ਉੱਪਰ ਗੰਦ ਨਾ ਪਵੇ। ਤੁਸੀਂ ਸੋਚ ਕੇ ਦੇਖੋ ਵੀ ਜੇ ਇਹ ਡੀਕੰਪੋਜ਼ਰਸ ਨਾ ਹੋਣ ਤਾਂ ਕਿੰਨਾ ਗੰਦ ਪੈ ਜਾਊਗਾ ਧਰਤੀ ਦੇ ਉੱਪਰ ਹੈ ਨਾ। अब अगे पढ़ते हैं आप एबियोटिक फैक्टर्स आर द नॉन लिविंग पार्ट्स ऑफ द एनवायरनमेंट। एबियोटिक फैक्टर्स की ने यह नॉन लिविंग पार्ट्स ने जिमें कि तुहानूं दस्सिया की दस्से ने याद करो की दस्सिया पानी पहाड़ मिट्टी ये सारे की ने एबियोटिक फैक्टर्स ने जिहड़े कि जीवित नहीं है पर प्रकृति द्वारा बनाए गए ने of the environment that have a major influence on living organism। ਤੇ ਇਨਸਾਨ ਦੇ ਜੀਵਨ ਦੇ ਉੱਪਰ ਇਹਨਾਂ ਦਾ ਬਹੁਤ ਬੜਾ ਪ੍ਰਭਾਵ ਹੈ। ਜੇ ਪਾਣੀ ਨਾ ਹੋਵੇ ਕੀ ਬਣੂਗਾ ਆਪਣਾ ਸੋਚ ਕੇ ਦੇਖੋ ਜੇ ਮਿੱਟੀ ਨਾ ਹੋਵੇ ਤਾਂ ਆਪਾਂ ਕੀ ਉਗਾਵਾਂਗੇ ਮਿੱਟੀ 'ਚ ਹੀ ਸਾਰਾ ਕੁਝ ਉਗਦਾ ਹੈ। ਜੇ ਮਿੱਟੀ ਨਾ ਹੋਵੇ ਤਾਂ ਕਿਵੇਂ ਉਗਾਵਾਂਗੇ ਆਪਾਂ ਹੈ ਨਾ। ਜੇ ਪਹਾੜ ਨਾ ਹੋਣ ਤਾਂ ਵਰਖਾ ਨਾ ਆਵੇ ਮੀਂਹ ਨਾ ਪਵੇ ਤਾਂ ਇਹਨਾਂ ਦਾ ਆਪਣੀ ਲਿਵਿੰਗ ਆਰਗੈਨਿਜ਼ਮ ਦੇ ਉੱਪਰ ਬਹੁਤ ਭਾਰੀ ਬਹੁਤ ਬੜਾ ਅਸਰ ਪੈਂਦਾ ਹੈ। ਐਬਿਓਟਿਕ ਫੈਕਟਰਸ ਇਨਕਲੂਡ ਵਾਟਰ ਸਨਲਾਈਟ ਠੀਕ ਹੈ ਸਨਲਾਈਟ ਵੀ ਜਿਹੜੀ ਹੈਗੀ ਇਹ ਐਬਿਓਟਿਕ ਫੈਕਟਰਸ ਆ ਗਈ। ਜੇ ਸੂਰਜ ਦੀ ਰੋਸ਼ਨੀ ਨਾ ਹੋਵੇ ਤਾਂ ਦੇਖੋ ਜਿਹੜੇ ਪੇੜ ਪੌਦੇ ਨੇ ਇਹ ਤਾਂ ਵਧਣ ਹੀ ਨਾ ਠੀਕ ਹੈ। ਆਕਸੀਜਨ ਦੇਖੋ ਐਬਿਓਟਿਕ ਫੈਕਟਰ ਦੇ ਵਿੱਚ ਹੈ ਆਕਸੀਜਨ ਤੋਂ ਬਿਨਾਂ ਆਪਾਂ ਜਿੰਦੇ ਨਹੀਂ ਰਹਿ ਸਕਦੇ। ਸੋਇਲ ਮਿੱਟੀ ਤੁਹਾਨੂੰ ਦੱਸਿਆ ਮਿੱਟੀ ਦੇ ਵਿੱਚ ਹੀ ਆਪਾਂ ਪੇੜ ਪੌਦੇ ਉਗਾ ਸਕਦੇ ਹਾਂ। ਐਂਡ ਟੈਂਪਰੇਚਰ ਤੇ ਦੇਖੋ ਤਾਪਮਾਨ ਵੀ ਪ੍ਰਮਾਤਮਾ ਨੇ ਕਿੰਨਾ ਸਹੀ ਰੱਖਿਆ ਹੈ ਨਾ। ਤਾਪਮਾਨ ਵੀ ਇਹ ਨਹੀਂ ਹੈ ਕਿ ਜਿਵੇਂ ਆਪਾਂ ਜਿੱਥੇ ਜਿੰਨੇ ਤਾਪਮਾਨ 'ਚ ਆਪਾਂ ਜੀ ਸਕਦੇ ਹਾਂ ਉਨਾ ਤਾਪਮਾਨ ਹੀ ਰੱਖਿਆ ਇਹ ਨਹੀਂ ਹੈਗਾ ਵੀ 100 ਡਿਗਰੀ ਰੱਖਤਾ ਤੇ ਆਪਾਂ ਜਲ ਕੇ ਸਵਾਹ ਹੋ ਜਾਈਏ ਰਾਈਟ। ਤਾਂ ਟੈਂਪਰੇਚਰ ਵੀ ਉਨਾ ਹੀ ਰੱਖਿਆ ਜਿਹਦੇ ਵਿੱਚ ਆਪਾਂ ਸਾਹ ਲੈ ਸਕੀਏ ਆਪਾਂ ਜੀਵਿਤ ਰਹਿ ਸਕੀਏ। ਮੋਰਓਵਰ ਦ ਨੈਚੁਰਲ ਇਨਵਾਇਰਨਮੈਂਟ ਇਜ਼ ਮੇਡ ਅਪ ਆਫ ਡਿਫਰੈਂਟ ਡੋਮੇਨਸ ਲਾਈਕ ਦ ਲਿਥੋਸਫੀਅਰ ਹਾਈਡਰੋਸਫੀਅਰ ਐਟਮੋਸਫੀਅਰ ਐਂਡ ਬਾਇਓਸਫੀਅਰ। ਇਹ ਬੱਚਿਓ ਤੁਸੀਂ ਪਹਿਲਾਂ ਵੀ ਪੜ੍ਹਿਆ ਹੋਇਆ ਪਿਛਲੀ ਕਲਾਸ ਦੇ ਵਿੱਚ ਕਿ ਜਿਹੜੀ ਆਪਣੀਆਂ ਧਰਤੀ ਹੁੰਦੀਆਂ ਨੇ ਧਰਤੀ ਨੂੰ ਆਪਾਂ ਧਰਤੀ ਦੇ এনवायरमेंट ਨੂੰ ਆਪਾਂ 4 ਤਰ੍ਹਾਂ ਨਾਲ ਵੰਡ ਸਕਦੇ ਹੁੰਦੇ ਆ। ਲਿਥੋਸਫੀਅਰ ਹੁੰਦਾ ਜਿਹੜਾ ਭੂਮੰਡਲ ਬੋਲਦੇ ਆਪਾਂ ਇਹਨੂੰ। ਭੂਮੰਡਲ मतलब ਜਿੱਥੇ ਸਖਤ ਪੇਪੜੀ ਹੈ ਜਿੱਥੇ ਸਖਤ ਹੈ ਜ਼ਮੀਨ ਸਖਤ ਹੈ ਪਾਣੀ ਨਹੀਂ ਹੈਗਾ ਜਿੱਥੇ। ਜੇ ਆਪਾਂ ਧਰਤੀ ਦੀ ਗੱਲ ਕਰ ਰਹੇ ਹਾਂ ਸਿਰਫ ਧਰਤੀ ਨੂੰ ਜੇ ਆਪਾਂ ਕਹਿੰਦੇ ਆ ਵੀ 70% ਧਰਤੀ ਦਾ 71% ਪਾਣੀ ਹੈ 29% ਲੈਂਡ ਹੈ ਤਾਂ ਜਿਹੜਾ ਲੈਂਡ ਵਾਲਾ ਹਿੱਸਾ ਉਹਨੂੰ ਕੀ ਕਹਾਂਗੇ ਲਿਥੋਸਫੀਅਰ ਹੈ ਉਹ। ਅੱਗੇ ਹਾਈਡਰੋਸਫੀਅਰ ਕੀ ਹੈ ਜਿਹੜਾ ਪਾਣੀ ਵਾਲਾ ਹਿੱਸਾ ਉਹ ਹਾਈਡਰੋਸਫੀਅਰ ਹੈ। ਐਟਮੋਸਫੀਅਰ ਕੀ ਹੈ ਐਟਮੋਸਫੀਅਰ ਇੱਕ ਹਵਾ ਦਾ ਇੱਕ ਗਲਾਫ ਦੀ ਤਰ੍ਹਾਂ ਆਪਣੇ
ਧਰਤੀ ਦੇ ਉੱਪਰ ਚੜਿਆ ਹੋਇਆ ਗਲਾਫ, ਠੀਕ ਹੈ, ਉਹਨੂੰ ਆਪਾਂ ਐਟਮੋਸਫੀਅਰ ਕਹਿੰਦੇ ਆ, ਜਿਹਦੇ ਵਿੱਚ ਕੀ ਆਕਸੀਜਨ, ਕਾਰਬਨ ਡਾਈਆਕਸਾਈਡ, ਹਾਈਡਰੋਜਨ, ਇਸ ਤਰ੍ਹਾਂ ਦੀਆਂ ਹੋਰ ਗੈਸਾਂ ਨੇ, ਤੇ ਵਾਯੂ ਕਣ ਨੇ, ਤੇ ਪਾਣੀ ਦੇ ਕਣ ਨੇ, ਸਾਰੇ ਮਿਲ ਕੇ ਐਟਮੋਸਫੀਅਰ ਬਣਾਉਂਦੇ ਨੇ। ਅੱਗੇ ਆ ਗਿਆ ਬਾਇਓਸਫੀਅਰ। ਬਾਇਓਸਫੀਅਰ ਮਤਲਬ ਜੀਵ ਮੰਡਲ, ਜਿਹਦੇ ਵਿੱਚ ਆਪਾਂ ਸਾਰੇ ਆ ਜਾਂਦੇ ਆ, ਜਿਹੜੇ ਜੀਵਿਤ ਚੀਜ਼ਾਂ ਨੇ, ਰਾਈਟ, ਅਬਾਊਟ ਵਿਚ ਵੀ ਹੈਵ ਆਲਰੇਡੀ ਸਟੱਡੀਡ। ਤਾਂ ਇਹਨਾਂ ਚੀਜ਼ਾਂ ਬਾਰੇ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ। ਤੇ ਬੱਚਿਓ ਹੁਣ ਤੁਸੀਂ ਪਹਿਲਾਂ ਇੱਥੇ ਤੱਕ ਕਰੋ, ਕਿਉਂਕਿ 10 ਮਿੰਟ ਦੀ ਵੀਡੀਓ ਹੋ ਚੁੱਕੀ। ਪਹਿਲਾਂ ਮੈਂ ਇਹਨੂੰ ਅਪਲੋਡ ਕਰਦਾ, ਉਸ ਤੋਂ ਬਾਅਦ ਅੱਗੇ ਪੜ੍ਹਦੇ ਹਾਂ ਆਪਾਂ ਹਿਊਮਨ ਐਨਵਾਇਰਨਮੈਂਟ ਐਂਡ ਹਿਊਮਨ ਮੇਡ ਐਨਵਾਇਰਨਮੈਂਟ। ਇਹ ਅੱਗੇ ਪੜ੍ਹਾਂਗੇ। ਤੁਸੀਂ ਇੱਥੇ ਤੱਕ ਪਹਿਲਾਂ ਖੁਦ ਵੀ ਪੜ੍ਹ ਕੇ ਦੇਖੋ ਤੇ ਇਹਨੂੰ ਸਮਝੋ। ਓਕੇ, ਬਾਏ।